Hello everyone, Jatinder here. Welcome to my channel नानक ज्ञान. Today we are cover topic recovery. ਅੱਜ ਆਪਾਂ ਡਿਸਕਸ ਕਰਾਂਗੇ ਕਿ ਰਿਕਵਰੀ ਕੀ ਹੁੰਦੀ ਆ. ਕਹਿੰਦੇ ਰਿਕਵਰੀ ਫਰੋਮ ਟ੍ਰਾਂਜੈਕਸ਼ਨ ਫੇਲੀਅਰ ਯੂਜ਼ਲੀ ਮੀਨਸ ਦੈਟ ਦਾ ਡਾਟਾਬੇਸ ਇਜ਼ ਰੀਸਟੋਰਡ ਟੂ ਦਾ ਮੋਸਟ ਰੀਸੈਂਟ ਕੰਸਿਸਟੈਂਟ ਸਟੇਟ ਜਸਟ ਬਿਫੋਰ ਦਾ ਟਾਈਮ ਆਫ ਫੇਲੀਅਰ. ਰਿਕਵਰੀ ਦਾ ਮਤਲਬ ਕੀ ਹੈ ਕਿ ਜਿਸ ਟਾਈਮ ਦੇ ਉੱਤੇ ਕੋਈ ਫੇਲੀਅਰ ਹੋਣ ਵਾਲਾ ਉਸ ਤੋਂ ਪਹਿਲਾਂ ਅਸੀਂ ਕੀ ਕਰਨਾ ਆਪਣੇ ਸਿਸਟਮ ਨੂੰ ਬਚਾਉਣਾ ਹੈਗਾ. ਕਹਿੰਦੇ to do this the system must keep information about the changes that apply to data items by the various transactions. This information is typically kept in the system log. ਅਸੀਂ ਕੀ ਕਰਦੇ ਹਾਂ ਇਸ ਦੇ ਵਿੱਚ ਕਿ ਜਿੰਨੀ ਵੀ ਸਾਡੀ ਇਨਫੋਰਮੇਸ਼ਨ ਹੈਗੀ ਠੀਕ ਹੈ ਜੀ ਉਸ ਨੂੰ ਅਬਾਊਟ ਦਾ ਚੇਂਜਿਸ ਦੈਟ ਅਪਲਾਈ ਟੂ ਡਾਟਾ ਆਈਟਮਸ ਕਿ ਜਿਹੜੀ ਅਸੀਂ ਡਾਟਾ ਆਈਟਮ ਦੇ ਉੱਤੇ ਅਪਲਾਈ ਕਰ ਰਹੇ ਹਾਂ ਬਾਈ ਦਾ ਵੇਰੀਅਸ ਟ੍ਰਾਂਜੈਕਸ਼ਨ ਅਲੱਗ-ਅਲੱਗ ਟ੍ਰਾਂਜੈਕਸ਼ਨ ਦੁਆਰਾ ਜਿਹੜੀ ਅਪਲਾਈ ਕੀਤੀ ਜਾ ਰਹੀ ਹੈਗੀ. ਕਹਿੰਦੇ ਇਸ ਇਨਫੋਰਮੇਸ਼ਨ ਨੂੰ ਕੈਪਟ ਇਨ ਦਾ ਸਿਸਟਮ ਲੌਗ ਦੇ ਵਿੱਚ ਸਟੋਰ ਕਰਕੇ ਰੱਖਣਾ ਹੈਗਾ. ਨੈਕਸਟ ਕੀ ਹੈ ਕਹਿੰਦੇ ਫੇਲੀਅਰ ਜਿਹੜੇ ਨੇਗੇ ਸਿਸਟਮ ਦੇ ਮਸਟ ਬੀ ਪ੍ਰੀਪੇਅਰ ਟੂ ਰਿਕਵਰ ਨੋਟ ਓਨਲੀ ਫਰੋਮ ਲੋਕਲ ਫੇਲੀਅਰ. ਕਹਿੰਦੇ ਸਾਨੂੰ ਸਿਰਫ ਇਹ ਨਹੀਂ ਹੈਗਾ ਕਿ ਲੋਕਲ ਫੇਲੀਅਰ ਦੇ ਵਿੱਚ ਹੀ ਆਪਣੇ ਸਿਸਟਮ ਨੂੰ ਬਚਾਉਣਾ ਹੈ ਬਟ ਆਲਸੋ ਫਰੋਮ ਗਲੋਬਲ ਫੇਲੀਅਰ. ਅਸੀਂ ਬਾਹਰਲੇ ਫੇਲੀਅਰ ਤੋਂ ਵੀ ਇਸ ਨੂੰ ਬਚਾਉਣਾ ਹੈ. ਲੋਕਲ ਫੇਲੀਅਰ ਦਾ ਮਤਲਬ ਕੀ ਹੈ ਕਿ ਅਕੋਰੈਂਸ ਆਫ ਐਨ ਓਵਰਫਲੋ ਕੰਡੀਸ਼ਨ ਕਿ ਹਾਂ ਕੋਈ ਵੀ ਕੰਡੀਸ਼ਨ ਹੈ ਕਿ ਓਵਰਫਲੋ ਦੀ ਕੰਡੀਸ਼ਨ ਆ ਰਹੀ ਹੈ ਜਾਂ ਫਿਰ ਕੋਈ ਇਫੈਕਟ ਪੈ ਰਿਹਾ ਓਨਲੀ ਦਾ ਟ੍ਰਾਂਜੈਕਸ਼ਨ ਇਨ ਵਿਚ ਦਾ ਫੇਲੀਅਰ ਹੈਜ਼ ਅਕਰਡ ਜਿੱਥੇ ਫੇਲੀਅਰ ਅਕਰ ਹੋ ਰਿਹਾ ਹੈਗਾ. ਕਹਿੰਦੇ ਗਲੋਬਲ ਫੇਲੀਅਰ ਦਾ ਮਤਲਬ ਹੈ ਕਿ ਜਿੱਥੇ ਪਾਵਰ ਹੀ ਫੇਲੀਅਰ ਹੋ ਗਈ ਸਾਡੀ ਜਿਵੇਂ ਕੋਈ CPU ਬੰਦ ਹੋ ਗਿਆ ਜਾਂ ਇਫੈਕਟ ਹੋ ਗਿਆ ਆਲ ਦਾ ਟ੍ਰਾਂਜੈਕਸ਼ਨ ਇਨ ਪ੍ਰੋਗਰੈਸ ਐਟ ਦਾ ਟਾਈਮ ਆਫ ਦਾ ਫੇਲੀਅਰ ਜਾਂ ਫਿਰ ਕੋਈ ਸਿਗਨੀਫਿਕੈਂਟ ਸਿਸਟਮ ਵਾਈਡ ਇੰਪਲੀਕੇਸ਼ਨ ਗਲੋਬਲ ਫੇਲੀਅਰ ਫੋਲ ਇਨਟੂ ਟੂ ਕੈਟਾਗਰੀਜ਼. ਤਾਂ ਜਿਹੜਾ ਗਲੋਬਲ ਫੇਲੀਅਰ ਹੈ ਉਸ ਦੇ ਬਾਰੇ ਦੱਸਿਆ ਹੋਇਆ ਕਿ ਕਿੱਦਾਂ ਹੈਗਾ. ਹੁਣ ਕਹਿੰਦੇ ਫੇਲੀਅਰ ਦੀ ਜਿਹੜੀ ਕਲਾਸੀਫਿਕੇਸ਼ਨ ਕੀਤੀ ਗਈ ਹੈ ਉਹ ਤਿੰਨ ਦੇ ਵਿੱਚ ਹੈ. ਸਿਸਟਮ ਕਰੈਸ਼ ਹੋ ਸਕਦਾ ਸਾਡਾ ਜਾਂ ਕੋਈ ਟ੍ਰਾਂਜੈਕਸ਼ਨ ਫੇਲੀਅਰ ਹੋ ਸਕਦੀ ਹੈ ਜਾਂ ਫਿਰ ਡਿਸਕ ਫੇਲੀਅਰ ਹੋ ਸਕਦੀ ਹੈਗੀ. ਸਭ ਤੋਂ ਫਸਟ ਆ ਗਿਆ ਸਿਸਟਮ ਕਰੈਸ਼. ਸਿਸਟਮ ਕਿੱਦਾਂ ਕਰੈਸ਼ ਹੋ ਸਕਦਾ ਜਾਂ ਤਾਂ ਕੋਈ ਪਾਵਰ ਫੇਲ ਹੋ ਸਕਦੀ ਹੈ ਸਾਡਾ ਹਾਰਡਵੇਅਰ ਖ਼ਰਾਬ ਹੋ ਸਕਦਾ ਸੋਫਟਵੇਅਰ ਖ਼ਰਾਬ ਹੋ ਸਕਦਾ ਜਾਂ ਕੋਈ ਇੰਟਰਨਲ ਮਤਲਬ ਕਿ ਲਾ ਲਓ ਕੋਈ ਸਿਸਟਮ ਜਿਹੜਾ ਹੈਗਾ ਕਰੈਸ਼ ਹੋ ਚੁੱਕਿਆ ਫੇਲੀਅਰ ਦੇ ਕਾਰਨ ਨੇ ਇਹ ਸਾਰੇ. ਟ੍ਰਾਂਜੈਕਸ਼ਨ ਕਿਵੇਂ ਫੇਲੀਅਰ ਹੋ ਸਕਦੀ ਹੈ ਲੌਜੀਕਲ ਐਰਰ ਦੇ ਨਾਲ ਹੋ ਸਕਦੀ ਹੈ ਜਾਂ ਫਿਰ ਸਿਸਟਮ ਐਰਰਸ ਦੇ ਨਾਲ. ਲੌਜੀਕਲ ਐਰਰ ਕਿਸ ਟਾਈਮ 'ਤੇ ਹੋ ਸਕਦੀ ਹੈ ਜਿਸ ਟਾਈਮ 'ਤੇ ਟ੍ਰਾਂਜੈਕਸ਼ਨ ਕਾਂਟ ਕੰਪਲੀਟ ਡਿਊ ਟੂ ਸਮ ਇੰਟਰਨਲ ਐਰਰ. ਕੁਛ ਐਰਰ ਹੋਣ ਕਰਕੇ ਸਾਡੀ ਜਿਹੜੀ ਟ੍ਰਾਂਜੈਕਸ਼ਨ ਹੈ ਕੰਪਲੀਟ ਨਹੀਂ ਹੋ ਸਕਦੀ ਉਸ ਨੂੰ ਅਸੀਂ ਬੋਲਦੇ ਹਾਂ ਲੌਜੀਕਲ ਐਰਰ. ਸਿਸਟਮ ਐਰਰ ਹੁੰਦੀ ਹੈ ਜਿੱਦਾਂ ਕੋਈ ਡੈਡ ਲੋਕ ਵਗੈਰਾ ਅਕਰ ਹੋ ਗਿਆ ਕਿ ਡਾਟਾਬੇਸ ਸਿਸਟਮ ਮਸਟ ਟਰਮੀਨੇਟ ਐਨ ਐਕਟਿਵ ਟ੍ਰਾਂਜੈਕਸ਼ਨ ਡਿਊ ਟੂ ਐਨ ਐਰਰ. ਕਿਸੇ ਗਲਤੀ ਕਰਕੇ ਉਸ ਨੂੰ ਬੰਦ ਕਰਨਾ ਪੈ ਰਿਹਾ ਹੈਗਾ ਤਾਂ ਉਸ ਨੂੰ ਅਸੀਂ ਬੋਲਦੇ ਹਾਂ ਸਿਸਟਮ ਐਰਰ. ਡਿਸਕ ਫੇਲੀਅਰ ਕੀ ਹੈ ਕਿ ਕੋਈ ਵੀ ਹੈੱਡ ਕਰੈਸ਼ ਹੋ ਚੁੱਕਿਆ ਹੈਗਾ ਸਿਮਿਲਰ ਜਿਵੇਂ ਡਿਸਕ ਫੇਲੀਅਰ ਡਿਸਟਰੋਏ ਆਲ ਜਾਂ ਫਿਰ ਪਾਰਟ ਉਹਦਾ ਕੋਈ ਵੀ ਡਿਸਟਰੋਏ ਹੋ ਚੁੱਕਿਆ ਉਸ ਨੂੰ ਅਸੀਂ ਕੀ ਬੋਲਦੇ ਹਾਂ ਡਿਸਕ ਫੇਲੀਅਰ. ਹੁਣ ਕਹਿੰਦੇ ਰਿਕਵਰੀ ਦੇ ਕਿਹੜੇ ਮੈਥਡ ਨੇ. ਡਾਟਾ ਸਟੋਰੇਜ ਸਭ ਤੋਂ ਪਹਿਲਾ ਮੈਥਡ ਹੈ. ਮੇਨ ਮੈਮਰੀ 'ਚ ਡਾਟੇ ਨੂੰ ਸਟੋਰ ਕਰ ਸਕਦੇ ਹੋ ਡਿਸਕ 'ਚ ਕਰ ਸਕਦੇ ਹੋ ਟੇਪ 'ਚ ਕਰ ਸਕਦੇ ਹੋ ਆਪਟੀਕਲ ਡਿਸਕ ਵਗੈਰਾ ਦੇ ਵਿੱਚ ਡਾਟੇ ਨੂੰ ਸਟੋਰ ਕਰਕੇ ਰੱਖ ਸਕਦੇ ਹਾਂ ਆਪਾਂ. ਜਾਂ ਫਿਰ ਕੀ ਹੋ ਸਕਦਾ ਹੈਗਾ ਸਟੇਬਲ ਸਟੋਰੇਜ ਕਿ ਜਿੰਨਾ ਵੀ ਸਾਡਾ ਡਾਟਾ ਹੈਗਾ ਉਹ ਸਟੇਬਲ ਹੋਣਾ ਚਾਹੀਦਾ ਹੈਗਾ ਠੀਕ ਹੈ. ਤਾਂ ਡਾਟੇ ਦੇ ਵਿੱਚ ਮਤਲਬ ਕੋਈ ਇਹ ਨਹੀਂ ਹੈਗੀ ਕਿ ਇਨਕਨਸਿਸਟੈਂਸੀ ਵਾਰ-ਵਾਰ ਹੋਵੇ. ਇੰਪਲੀਮੈਂਟੇਸ਼ਨ ਆਫ ਸਟੇਬਲ ਸਟੋਰੇਜ ਕਿ ਜੋ ਸਾਡੀ ਸਟੇਬਲ ਸਟੋਰੇਜ ਹੈ ਉਸ ਦੇ ਉੱਤੇ ਅਸੀਂ ਕਿਸ ਤਰ੍ਹਾਂ ਇੰਪਲੀਮੈਂਟੇਸ਼ਨ ਕਰਨਾ ਹੈਗਾ. ਨੈਕਸਟ ਆ ਗਿਆ ਰਿਕਵਰੀ ਫਰੋਮ ਫੇਲੀਅਰ ਕਿ ਫੇਲੀਅਰ ਤੋਂ ਅਸੀਂ ਆਪਣੇ ਸਿਸਟਮਸ ਨੂੰ ਕਿਸ ਤਰ੍ਹਾਂ ਬਚਾ ਸਕਦੇ ਹਾਂ. ਕਹਿੰਦੇ ਇਨ ਆਰਡਰ ਟੂ ਰਿਕਵਰ ਦਾ ਸਿਸਟਮ ਕਹਿੰਦੇ ਆਪਾਂ ਨੇ ਕੀ ਕਰਨਾ ਆਪਣੇ ਸਿਸਟਮ ਨੂੰ ਰਿਕਵਰ ਕਰਨਾ ਹੈ. ਆਫਟਰ ਦਿਸ ਫੇਲੀਅਰ ਵੀ ਨੀਡ ਟੂ ਆਈਡੈਂਟੀਫਾਈ ਦਾ ਫੇਲੀਅਰ ਮੋਡਸ ਆਫ ਦੋਜ਼ ਡਿਵਾਈਸਿਸ ਯੂਜ਼ਡ ਫॉर ਸਟੋਰੇਜ ਆਫ ਡਾਟਾ. ਕਹਿੰਦੇ ਜੋ ਸਾਡਾ ਜਿਹੜਾ ਡਾਟਾ ਹੈਗਾ ਫੇਲੀਅਰ ਮੋਡ ਦੇ ਵਿੱਚੋਂ ਕਿਸ ਤਰ੍ਹਾਂ ਅਸੀਂ ਬਚਾ ਸਕਦੇ ਹਾਂ ਆਈਡੈਂਟੀਫਾਈ ਕਰ ਸਕਦੇ ਹਾਂ. ਨੈਕਸਟ ਕਹਿੰਦੇ ਸਭ ਤੋਂ ਪਹਿਲਾਂ ਸਾਡੇ ਵਾਸਤੇ ਜ਼ਰੂਰੀ ਹੈ ਕਿ ਹਾਊ ਥੀਸ ਫੇਲੀਅਰ ਮੋਡਸ ਅਫੈਕਟ ਦਾ ਕੰਟੈਂਟਸ ਆਫ ਦਾ ਡਾਟਾਬੇਸ ਕਿ ਕਿਸ ਤਰ੍ਹਾਂ ਇਹ ਡਾਟਾਬੇਸ ਦੇ ਕੰਟੈਂਟਸ ਦੇ ਉੱਤੇ ਇਫੈਕਟ ਪਾਉਂਦੇ ਨੇ. ਦੈਨ ਵੀ ਕੈਨ ਪ੍ਰਪੋਜ਼ ਦਾ ਰਿਕਵਰੀ ਐਲਗੋਰਿਥਮ. ਉਸ ਤੋਂ ਬਾਅਦ ਅਸੀਂ ਕੀ ਕਰਾਂਗੇ ਆਪਣੇ ਡਾਟਾਬੇਸ ਨੂੰ ਰਿਕਵਰ ਕਰਨ ਦੇ ਲਈ ਉਸ ਦੇ ਉੱਤੇ ਐਲਗੋਰਿਥਮ ਨੂੰ ਇੰਪਲੀਮੈਂਟਸ ਕਰਾਂਗੇ. ਐਵਰੀ ਰਿਕਵਰੀ ਐਲਗੋਰਿਥਮ ਪਰਫੋਰਮ 2 ਟਾਈਪਸ ਆਫ ਐਕਸ਼ਨਸ. ਕਹਿੰਦੇ 2 ਤਰ੍ਹਾਂ ਦੇ ਐਕਸ਼ਨ ਪਰਫੋਰਮ ਕਰ ਸਕਦੇ ਹਾਂ ਉਹ ਕਿਹੜੇ ਹੋ ਸਕਦੇ ਨੇ. ਫਸਟ ਵਨ ਐਕਸ਼ਨ ਟੇਕਸ ਡਿਊਰਿੰਗ ਨੋਰਮਲ ਟ੍ਰਾਂਜੈਕਸ਼ਨ ਪ੍ਰੋਸੈਸਿੰਗ ਟੂ ਇਨਸ਼ੋਰ ਇਨਫ ਇਨਫੋਰਮੇਸ਼ਨ ਐਗਜ਼ਿਸਟ ਟੂ ਅਲਾਓ ਰਿਕਵਰੀ ਫਰੋਮ ਫੇਲੀਅਰ. ਕਹਿੰਦੇ ਅਸੀਂ ਐਕਸ਼ਨ ਲਵਾਂਗੇ ਟੇਕਨ ਡਿਊਰਿੰਗ ਨੋਰਮਲ ਟ੍ਰਾਂਜੈਕਸ਼ਨ ਜੋ ਵੀ ਸਾਡੀਆਂ ਨੋਰਮਲ ਟ੍ਰਾਂਜੈਕਸ਼ਨਸ ਹੋਈਆਂ ਨੇਗੀਆਂ. ਪ੍ਰੋਸੈਸਿੰਗ ਟੂ ਇਨਸ਼ੋਰ ਇਨਫ ਇਨਫੋਰਮੇਸ਼ਨ ਐਗਜ਼ਿਸਟ ਜਿੰਨੀ ਕੁ ਸਾਨੂੰ ਜ਼ਰੂਰੀ ਹੈ ਇਨਫੋਰਮੇਸ਼ਨ ਓਨੀ ਹੀ ਐਗਜ਼ਿਸਟ ਟੂ ਅਲਾਓ ਰਿਕਵਰੀ ਫਰੋਮ ਫੇਲੀਅਰ ਤੋਂ ਬਚਾਉਣ ਵਾਸਤੇ. ਕਹਿੰਦੇ ਐਕਸ਼ਨ ਟੇਕਨ ਫੋਲੋਇੰਗ ਅ ਫੇਲੀਅਰ ਟੂ ਰਿਕਵਰ ਦਾ ਡਾਟਾਬੇਸ ਟੂ ਅ ਸਟੇਟ ਦੈਟ ਇਜ਼ ਨੋਨ ਟੂ ਬੀ ਕਰੈਕਟ. ਤਾਂ ਜਿੰਨਾ ਵੀ ਸਾਡਾ ਡਾਟਾ ਉਹ ਕਰੈਕਟ ਸਟੇਟ ਦੇ ਵਿੱਚ ਹੋਣਾ ਚਾਹੀਦਾ ਹੈਗਾ. ਨੈਕਸਟ ਆ ਗਿਆ ਸਟੋਰੇਜ ਟਾਈਪ ਰਿਕਵਰੀ. ਸਟੋਰੇਜ ਟਾਈਪ ਰਿਕਵਰੀ ਦੇ ਵਿੱਚ ਕੀ ਹੈਗਾ ਕਿ ਅਸੀਂ ਡਿਸਕਾਂ ਦੇ ਵਿੱਚ ਕਿਸ ਤਰ੍ਹਾਂ ਡਾਟੇ ਨੂੰ ਸਟੋਰ ਕਰ ਸਕਦੇ ਹਾਂ ਪ੍ਰੋਪਰ ਤਰੀਕੇ ਦੇ ਨਾਲ ਕਿੱਦਾਂ ਸਟੋਰ ਹੁੰਦਾ ਹੈਗਾ.
सब तो पहला कहते डिस्क नूं पार्टीशन की जाती होंगी है फिक्स लेंथ के विच, जिन्होंने असीं की बोलते हैं ब्लॉक बोलते हैं। ब्लॉक अगे ब्लॉकों के विच डाटा ट्रांसफर किया जाता है। तो जो ट्रांजैक्शन स्टार्ट होंगी है साडा डाटा रिक्वायर्ड फॉर द ट्रांजैक्शन फ्रॉम द डिस्क टू मेन मैमरी के विच स्टोर किया जाता है। वैन सारे ऑपरेशन परफॉर्म हो जाते हैं तो उन्होंने मेन मैमरी के विच भेज दिता जाता है। ठीक है जी, कुछ टाइम के लिए टैंपरेरी डाटा स्टोर किया जाता है मेन मैमरी के उत्ते। द एरिया ऑफ मैमरी वेयर ब्लॉक रिसाइड्स टैंपरेली, उसनूं असीं बोलते हैं डिस्क बफर, जिथे टैंपरेली डाटा साडा कुछ टाइम के लिए स्टोर किया जाता है। नैक्सट है कि ब्लॉक की जी मूवमेंट्स है डिस्क ते मैमरी के विच किद्दां हो सकती है। इनपुट ऑपरेशन होंगे, आउटपुट ऑपरेशन होंगे ने कि इनपुट किस तरह तो आउटपुट किस तरह। सब तो पहली डायग्राम कहते 6.1 शो कर रही है साडी इनपुट नूं। देखो मेन मैमरी के विच डाटा स्टोर है, इनपुट ए है डिस्क के विचों मेन मैमरी के विच जा रही है, इधर भी ए है, ये मेन मैमरी चो डिस्क वाली साइड आ रहा है। दोनों तरीकों के नाल इनपुट ते आउटपुट करके दिखाई। क्लीयर है? ओके, इस दे विचों असीं डाटे नूं रीड राइट दोनों तरीकों के नाल कर सकते हैं। तो तुसीं ये डायग्राम्स नूं देखना है कि किस तरह इनपुट आ रही है, किस तरह आउटपुट आ रही है। नैक्सट टॉपिक है रिकवरी एंड एटॉमिसिटी ऑफ आर ट्रांजैक्शनस। रिकवरी की है कहते इन ऑर्डर टू अंडरस्टैंड द कंसैप्ट ऑफ एटॉमिसिटी ऑफ आर ट्रांजैक्शन, कहते आप एटॉमिसिटी का कंसैप्ट नूं समझना चाहते हैं तो कंसीडर अगेन अ सिंपलीफाइड बैंकिंग ट्रांजैक्शन। एक बैंक की ट्रांजैक्शन लैके चल रहे हैं, कहते तुसीं की कीता कि ₹50 ट्रांसफर करवाए ने फ्रॉम अकाउंट ए टू अकाउंट बी। ए अकाउंट के विचों ₹50 तुसीं बी अकाउंट के विच ट्रांसफर करवाए ने विद इनिशियल वैल्यू ऑफ ए एंड बी बीइंग ₹1000 एंड ₹2000। तो जेडे ए दे विच पैसे सीगे 1000 ते दूसरे दे विच बी च 2000 पैसे। हुण तुसीं ₹50 ए दे विचों बी च ट्रांसफर करवाए ने तो इट मीनस ए दे विचों कट हो गए। ए दे किन्ने सीगे 1000 सी, उस चों 50 माइनस करके किन्ने आ गया 950। इधर 2000 सी, इस दे विच 50 ऐड हो गए तो इधर किन्ना हो गया 2050। क्लीयर है? तो ये कंसैप्ट होंदा है एटॉमिसिटी का कंसैप्ट कि जो तुसी ट्रांजैक्शन करवा रहे हो एक्चुअली दे विच जो कंसैप्ट है उसनूं अंडरस्टैंड करना पैंदा है। कहते इस एग्जाम्पल दे विच वी सपोज दैट आफ्टर ईच राइट ऑपरेशन आउटपुट ऑपरेशन इज़ परफॉर्म्ड, और इन अदर वर्ड्स वी कैन से दैट दिस इज़ एन एग्जाम्पल ऑफ फोर्स आउटपुट ऑपरेशन की एग्जाम्पल है। तो इन्होंने कहा कहते इन ऑर्डर टू रिकवर फॉर अबव प्रॉब्लम देर आर 2 सिंपल मीनस। तो कहते कई बार की है कि इन्होंने सपोज दैट अ सिस्टम क्रैश, कहते तुहाडा सिस्टम क्रैश हो चुका है अकर ड्यूरिंग द एग्जीक्यूशन ऑफ ट्रांजैक्शन। तो आउटपुट हैज़ बीन टेकन प्लेस बट बिफोर आउटपुट वॉज एग्जीक्यूटेड। तो तुसी देखो कि जिमें तुसी ये ट्रांजैक्शन परफॉर्म करवा रहे सी, उसने ए दे विचों तो पैसे कट लिए, उत्थे तो ₹950 शो कर रहा है, बी दे विचों 2000 ही शो कर रहा है, उसदे विचों उन्हें 50 प्लस नहीं किए। तो इदां दी जिहड़ी प्रॉब्लम आ गई उस तो असीं अपने सिस्टम नूं की करना है रिकवरी कराउणी है। तो री एग्जीक्यूट करवाओगे ट्रांजैक्शन नूं तां ही 2050 होऊगा, जां फिर डू नॉट री एग्जीक्यूट ट्रांजैक्शन, जां फिर तुसीं उसनूं दोबारा री एग्जीक्यूट नहीं करवाओगे। तो ये वास्ते असीं 2 मैथड यूज़ करते हैं एटॉमिसिटी के गोल नूं अचीव करन दे लई। एक हुंदा लॉग बेस्ड रिकवरी तो एक हुंदा शैडो पेजिंग। लॉग बेस्ड रिकवरी ते शैडो पेजिंग। लॉग बेस्ड रिकवरी दे विच की आ जाता है, कहते इट इज़ मोस्ट यूज स्ट्रक्चर फॉर रिकॉर्डिंग डाटाबेस मॉडिफिकेशन। ये डाटाबेस दी जिन्नियां भी मॉडिफिकेशनस ने उन्होंने रिकॉर्ड किया जाता है। तो लॉग बेस्ड रिकवरी जी है लॉग फाइल इज मेनटेन फॉर रिकवरी परपज़ के लिए इसनूं असीं यूज़ करते हैं। जिस तरह कि स्टार्ट करता लॉग रिकॉर्ड, अपडेट कर सकते हो, उसनूं तुसीं कमिट कर सकते हो, अबॉर्ट कर सकते होगे। तो ये सारे फंक्शन ये तुसीं परफॉर्म कर सकते हो। इसनूं की बोलते हैं असीं लॉग बेस्ड रिकवरी कहा जाता है। तो ये सारे ये भी बैंक की एक एग्जाम्पल लीती हुई है जिस दे विच दस्सिया होया कि असीं ₹2000 उस चों लिते जां अकाउंट चों ट्रांसफर करवाए। सेम एग्जाम्पल ये इंप्लीमेंट की आ। तो 2 टैकनीक्स ने लॉग बेस्ड रिकवरी दी, एक हुंदा डेफर्ड डाटाबेस मॉडिफिकेशन, एक इमीडिएट। क्लीयर है? सानू पता होना चाहिए कि डेफर्ड की हुंदी है तो इमीडिएट की हुंदा है। इमीडिएट का मतलब की है कि जिहड़ी तुरंत तुसीं मॉडिफिकेशनस कर रहे होगे। एक साडी आ जाती है डेफर्ड कहते इट इंश्योर ट्रांजैक्शन एटॉमिसिटी बाय रिकॉर्डिंग ऑल डाटाबेस मॉडिफिकेशन इन द लॉग बट द डेफरिंग द एग्जीक्यूशन ऑफ ऑल राइट ऑपरेशन ऑफ ट्रांजैक्शन अंटिल द ट्रांजैक्शन पार्शियली कमिट। जदों तक तुहाडी ट्रांजैक्शन पूरे तरीके दे नाल कमिट नहीं हो जाती, ठीक है, कमिट होनी जरूरी है, तो उसनूं की बोलते हैं असी डेफर्ड। कहते ट्रांजैक्शन इज सैड टू बी पार्शियली कमिटेड वंस द फाइनल एक्शन ऑफ द ट्रांजैक्शन हैज़ बीन एग्जीक्यूटेड।
ਜਦੋਂ ਉਹਨੇ ਇੱਕ ਵਾਰੀ ਉਹਦਾ ਫਾਈਨਲ ਜਿਹੜਾ ਐਗਜ਼ੀਕਿਊਸ਼ਨ ਹੈ ਉਹ ਹੋਣਾ ਚਾਹੀਦਾ ਹੈ। ਵੈਨ ਅ ਟ੍ਰਾਂਜੈਕਸ਼ਨ ਹੈਜ਼ ਪਰਫੋਰਮਡ ਆਲ ਦਾ ਐਕਸ਼ਨ, ਜਦੋਂ ਟ੍ਰਾਂਜੈਕਸ਼ਨ ਸਾਰੇ ਐਕਸ਼ਨ ਪਰਫੋਰਮ ਕਰ ਚੁੱਕਦੀ ਹੈ, ਦੈਨ ਦਾ ਇਨਫੋਰਮੇਸ਼ਨ ਇਨ ਦਾ ਲੌਗ ਐਸੋਸੀਏਟਿਡ ਵਿਦ ਦਾ ਟ੍ਰਾਂਜੈਕਸ਼ਨ ਇਜ਼ ਯੂਜ਼ਡ ਇਨ ਐਗਜ਼ੀਕਿਊਟਿਡ ਦਾ ਡੈਫਰਡ ਰਾਈਟਸ, ਤਾਂ ਉਸਨੂੰ ਡੈਫਰਡ ਰਾਈਟਸ ਬੋਲਿਆ ਜਾਂਦਾ ਹੈ। ਤਾਂ ਜੇ ਅਸੀਂ ਦੂਜੇ ਸ਼ਬਦਾਂ ਦੇ ਵਿੱਚ ਗੱਲ ਕਰਦੇ ਹਾਂ ਤਾਂ ਜਿਹੜੀ ਪਾਰਸ਼ੀਅਲ ਕਮਿਟ ਟਾਈਮ ਲੌਗਡ ਹੈ ਉਹ ਅਪਡੇਟ ਰੀਪਲੇਡ ਇਨਟੂ ਡਾਟਾਬੇਸ ਆਈਟਮ ਦੇ ਵਿੱਚ ਉਸ ਨੂੰ ਰੀਪਲੇ ਕੀਤਾ ਜਾਂਦਾ ਹੈ। ਲੈਟ ਇਹਨਾਂ ਨੇ ਦੇਖੋ ਇੱਕ ਐਗਜ਼ਾਮਪਲ ਲਿੱਤੀ ਹੈ ਜਿਸ ਦੇ ਵਿੱਚ ਕੀ ਕੀਤਾ ਹੈ ਕਿ ਲੈਟ ਇੱਕ ਟ੍ਰਾਂਜੈਕਸ਼ਨ ਕਰ ਰਹੇ ਨੇ ਕਿ ₹100 ਰੁਪਏ ਟ੍ਰਾਂਸਫਰ ਕਰਾਉਣੇ ਨੇ ਅਕਾਊਂਟ A ਤੋਂ ਅਕਾਊਂਟ B ਦੇ ਵਿੱਚ। A ਦੇ ਵਿੱਚੋਂ 100 ਮਾਈਨਸ ਹੋ ਗਏ, B ਦੇ ਵਿੱਚ 100 ਪਲੱਸ ਹੋ ਗਿਆ। ਤਾਂ T2 ਦੇ ਵਿੱਚ ਇਹਨਾਂ ਨੇ ਕੀ ਕੀਤਾ ਹੈਗਾ, ਰੀਡ ਕੀਤੀ ਹੈ, ਇੱਕ 200 ਮਤਲਬ ਲਿੱਤਾ ਅਕਾਊਂਟ ਦੇ ਵਿੱਚੋਂ ਅਤੇ ਉਸ ਦੇ ਵਿੱਚੋਂ ਮਾਈਨਸ ਕਰ ਦਿੱਤੇ ਨੇਗੇ। ਕਲੀਅਰ ਹੈ। ਤਾਂ ਉਸ ਨੂੰ ਬਫਰ ਦੇ ਵਿੱਚ ਸਟੋਰ ਕਰਕੇ ਦਿਖਾਇਆ ਹੈਗਾ। ਕਲੀਅਰ ਹੈ। ਅਤੇ ਇਸ ਨੂੰ ਐਗਜ਼ਾਮਪਲਸ ਨੂੰ ਤੁਸੀਂ ਪ੍ਰੋਪਰ ਤਰੀਕੇ ਦੇ ਨਾਲ ਰੀਡ ਕਰਨਾ। ਨੈਕਸਟ ਆ ਗਿਆ ਜੀ ਚੈੱਕ ਪੁਆਇੰਟਸ। ਰਿਕਵਰ ਕਰਨਾ ਡਾਟਾਬੇਸ ਨੂੰ ਆਫਟਰ ਸਮ ਫੇਲੀਅਰ, ਕੁਝ ਫੇਲੀਅਰ ਤੋਂ ਬਚਾਉਣਾ ਚਾਹੁੰਦੇ ਹੋਗੇ ਤਾਂ ਉਸ ਟਾਈਮ 'ਤੇ ਤੁਸੀਂ ਕੀ ਕਰਨਾ ਹੈ, ਅਨਡਨ ਅਤੇ ਰੀਡਨ ਦੀ ਆਪਸ਼ਨ ਜ਼ਰੂਰਤ ਪੈਂਦੀ ਹੈ ਸਾਨੂੰ। ਤਾਂ ਜਿਹੜੀ ਇਸ ਨੀਡ ਨੂੰ ਅਸੀਂ ਸਰਚ ਕਰਦੇ ਹਾਂ ਐਂਟਾਇਰ ਲੌਗ ਟੂ ਡਿਟਰਮਾਈਨ ਦਿਸ ਇਨਫੋਰਮੇਸ਼ਨ, ਦੇਰ ਆਰ ਦੋ ਮੇਜਰ ਪ੍ਰੋਬਲਮ ਨੇ। ਸਰਚ ਪ੍ਰੋਸੈਸ ਇਨ ਟਾਈਮ ਕੰਜ਼ਿਊਮਿੰਗ, ਜਦੋਂ ਅਸੀਂ ਸਰਚ ਕਰਦੇ ਹਾਂ ਟਾਈਮ ਬਹੁਤ ਲੱਗਦਾ ਹੈ ਅਤੇ ਸਾਰੀਆਂ ਟ੍ਰਾਂਜੈਕਸ਼ਨ ਨੂੰ ਜ਼ਰੂਰਤ ਪੈਂਦੀ ਹੈ ਦੁਬਾਰਾ ਤੋਂ ਰੀਡਨ ਕਰਨ ਦੀ। ਠੀਕ ਹੈ ਜੀ। ਡੈਫਰਡ ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ, ਕਹਿੰਦੇ ਕਿਹੜੇ ਅਪਡੇਟ ਟੈਕਨੀਕ ਬੇਸਡ ਔਨ ਡੈਫਰਡ ਅਪਡੇਟ ਦੇ ਵਿੱਚ ਤਾਂ ਤੁਸੀਂ ਨੋ ਅੰਡੂ ਰੀਡੂ ਦੀ ਜਿਹੜੀ ਰਿਕਵਰੀ ਐਲਗੋਰਿਥਮ ਹੈ ਉਹ ਯੂਜ਼ ਕੀਤਾ ਜਾਂਦਾ ਹੈਗਾ। ਨਾ ਤੁਸੀਂ ਇਹਦੇ ਵਿੱਚ ਕੁਛ ਅੰਡੂ ਕਰ ਸਕਦੇ ਹੋ, ਨਾ ਕਿ ਰੀਡੂ ਕਰ ਸਕਦੇ ਹੋ। ਤਾਂ ਜਿਹੜੀਆਂ ਇਮੀਡੀਏਟ ਅਪਡੇਟ ਦੇ ਵਿੱਚ ਰਿਕਵਰੀ ਦੀਆਂ ਟੈਕਨੀਕਸ ਨੇ ਉਹ ਕਿਹੜੀਆਂ ਨੇ, ਇਹਨਾਂ ਦੇ ਵਿੱਚ ਅੰਡੂ ਰੀਡੂ ਐਲਗੋਰਿਥਮ ਵਗੈਰਾ ਲੱਗਦਾ ਹੈਗਾ ਅਤੇ ਸ਼ੈਡੋ ਪੇਜਿੰਗ ਆ ਜਾਂਦੀ ਹੈ। ਹੁਣ ਅਸੀਂ ਡਿਸਕਸ ਕਰਾਂਗੇ ਸ਼ੈਡੋ ਪੇਜਿੰਗ ਕੀ ਹੈ। ਕਹਿੰਦੇ ਮੇਜਰ ਪ੍ਰੋਬਲਮ ਇਨ ਲੌਗ ਬੇਸਡ ਰਿਕਵਰੀ ਸਕੀਮ ਇਜ਼ ਦਾ ਟਾਈਮ ਸਪੈਂਡ ਇਨ ਰੀਡੂ ਐਂਡ ਅੰਡੂ ਆਪਰੇਸ਼ਨ ਡਿਊਰਿੰਗ ਰਿਕਵਰੀ। ਦੂਸਰਿਆਂ ਦੇ ਵਿੱਚ ਕੀ ਹੁੰਦਾ ਸੀਗਾ, ਅੰਡੂ ਅਤੇ ਰੀਡੂ ਦਾ ਆਪਰੇਸ਼ਨ ਪਰਫੋਰਮ ਕੀਤਾ ਜਾਂਦਾ ਸੀਗਾ। ਠੀਕ ਹੈ। ਬਟ ਸ਼ੈਡੋ ਪੇਜਿੰਗ ਦੇ ਵਿੱਚ ਇਹ ਚੀਜ਼ ਨਹੀਂ ਹੈਗੀ, ਇਹ ਇੰਪਲੀਮੈਂਟ ਕੀਤਾ ਗਿਆ। ਸ਼ੈਡੋ ਪੇਜਿੰਗ ਟੈਕਨੀਕ ਡਾਟਾਬੇਸ ਇਜ਼ assume to be partitioned into fixed length, ਸਾਰਿਆਂ ਨੂੰ ਕੀ ਕੀਤਾ ਛੋਟੇ ਬਲੋਕ ਦੇ ਵਿੱਚ ਵੰਡ ਲਿਆ ਜਾਂਦਾ ਹੈ ਅਤੇ ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ, ਬਲੋਕਸ ਨੂੰ ਪੇਜ ਕਿਹਾ ਜਾਂਦਾ ਹੈ। ਅਤੇ ਸਿਸਟਮ ਮੇਨਟੇਨ ਕਰਦਾ 2 ਪੇਜ ਡਾਇਰੈਕਟਰੀ ਜਿਹਨੂੰ ਕਰੰਟ ਡਾਇਰੈਕਟਰੀ ਅਤੇ ਸ਼ੈਡੋ ਡਾਇਰੈਕਟਰੀ ਬੋਲਿਆ ਜਾਂਦਾ ਹੈਗਾ। ਕਰੰਟ ਡਾਇਰੈਕਟਰੀ ਕੀ ਹੈ, ਜਦੋਂ ਟ੍ਰਾਂਜੈਕਸ਼ਨ ਵੀ ਐਗਜ਼ੀਕਿਊਟ ਹੁੰਦੀ ਹੈ ਉਹ ਕਰੰਟ ਡਾਇਰੈਕਟਰੀ ਹੂਜ਼ ਐਂਟਾਇਰ ਪੁਆਇੰਟ ਟੂ ਦਾ ਮੋਸਟ ਰੀਸੈਂਟ ਔਰ ਕਰੰਟ ਡਾਟਾਬੇਸ ਪੇਜ ਔਨ ਡਿਸਕ ਇਜ਼ ਕਾਪੀਡ ਇਨਟੂ ਅ ਸ਼ੈਡੋ ਡਾਇਰੈਕਟਰੀ। ਜਿਹੜੇ ਦੂਸਰੇ ਪੇਜ ਨੇ ਉਹ ਸ਼ੈਡੋ ਡਾਇਰੈਕਟਰੀ ਦੇ ਵਿੱਚ ਸਟੋਰ ਹੋ ਜਾਂਦੇ ਨੇਗੇ। ਤਾਂ ਇਹ ਸਾਨੂੰ ਫੇਲੀਅਰ ਤੋਂ ਬਚਾਉਂਦੀ ਹੈਗੀ ਤਾਂ ਇਹ ਰਿਕਵਰੀ ਦੀ ਵੈਰੀ ਇੰਪੋਰਟੈਂਟ ਟੈਕਨੀਕ ਹੈਗੀ। ਠੀਕ ਹੈ ਜੀ। ਤਾਂ ਇਹ ਸ਼ੈਡੋ ਪੇਜਿੰਗ। ਥੈਂਕਸ।